ਸਾਹਿਬ ਜੀਓ। ਡੰਡੌਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਪ੍ਰਗਟ ਸਗਲ ਹਰ ਭਵਨ ਮੈਂ। ਜਨ ਨਾਨਕ ਗੁਰ ਪਾਰ ਬ੍ਰਹਮ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨ ਪਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨ ਪਰਿਆਰੇ। ਜੁਗ ਜੁਗ ਅਟਲ ਸਤਿਗੁਰੂ। ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ, ਅੰਮ੍ਰਿਤਮਈ ਹਜ਼ੂਰੀ ਵਿਖੇ ਜੁੜ ਬੈਠੀ ਸਤਿਕਾਰ ਸਨਮਾਨਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹਾਂ। ਪਹਿਲੀ ਪਾਤਸ਼ਾਹੀ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਨੂੰ ਗੁਰੂ ਕੇ ਚਰਨਾਂ ਵਿਖੇ ਜੁੜ ਮਿਲ ਬੈਠ ਕੇ ਮਨਾ ਰਹੇ ਹਾਂ। ਸਤਿਗੁਰੂ ਜੀਆਂ ਦੇ ਪਾਵਨ ਗੁਰਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਿਹਰ ਬਖਸ਼ਿਸ਼ ਕਰਨ, ਸਭਨਾਂ ਨੂੰ ਗੁਰਮਤਿ ਦੀਆਂ ਦਾਤਾਂ, ਗੁਰਸਿੱਖੀ, ਨਾਮ ਬਾਣੀ, ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਗਮਨ ਦਾ ਜੋ ਜ਼ਿਕਰ ਕੀਤਾ ਔਰ ਜੋ ਵੱਖ-ਵੱਖ ਉਦਾਸੀਆਂ ਤੇ ਘਟਨਾਵਾਂ ਵਰਤੀਆਂ, ਜੋ ਭਾਈ ਗੁਰਦਾਸ ਜੀ ਨੇ ਵਰਣਨ ਕੀਤਾ, ਆਪ ਜੀ ਨੇ ਸ਼ਬਦ ਕੀਰਤਨ ਦੇ ਰਾਹੀਂ ਉਹ ਵਿਚਾਰ ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਸ਼ਰਵਣ ਕੀਤੇ ਹਨ। ਆਓ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਇਤਿਹਾਸ, ਉਹਨਾਂ ਦੀਆਂ ਸਿੱਖਿਆਵਾਂ ਦੀ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਸੰਨ 1469 'ਚ
ਰਾਏ ਭੋਏ ਦੀ ਸੁਭਾਗੀ ਧਰਤੀ ਤੇ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਹੋਇਆ, ਆਗਮਨ ਹੋਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇੱਕ ਵੱਡੇ ਭੈਣ ਹਨ, ਬੇਬੇ ਨਾਨਕੀ ਜੀ। ਉਹਨਾਂ ਦਾ ਜਨਮ ਹੋਇਆ ਸੀ ਪਿੰਡ ਚਾਹਲ ਵਿਖੇ। ਇਹ ਲਾਹੌਰ ਦੇ ਨੇੜੇ ਪਿੰਡ ਹੈ, ਚਾਹਲ ਪਿੰਡ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਇਹ ਨਾਨਕਿਆਂ ਦਾ ਪਿੰਡ ਹੈ। ਔਰ ਉਹਨਾਂ ਸਮਿਆਂ 'ਚ ਇਹ ਇੱਕ ਰਿਵਾਜ ਸੀ ਕਿ ਜਦੋਂ ਇਸਤਰੀ ਨੂੰ ਪਹਿਲੇ ਬੱਚੇ ਦਾ ਜਨਮ ਦਾ ਸਮਾਂ ਨੇੜੇ ਹੁੰਦਾ ਸੀ ਤੇ ਉਹ ਆਪਣੇ ਪੇਕੇ ਘਰ ਚਲੀ ਜਾਂਦੀ ਸੀ। ਭਾਵ ਪਹਿਲੇ ਬੱਚੇ ਦਾ ਜਨਮ ਪੇਕਿਆਂ ਦੇ ਘਰ ਵਿਖੇ ਹੁੰਦਾ ਸੀ। ਜਦੋਂ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪਹਿਲੇ ਬੱਚੇ ਨੇ ਜਨਮ ਲੈਣਾ ਸੀ, ਉਹ ਆਪਣੇ ਪੇਕੇ ਘਰ ਵਿਖੇ ਚਲੇ ਗਏ, ਚਾਹਲ ਪਿੰਡ ਵਿਖੇ। ਉੱਥੇ ਬੱਚੀ ਦਾ ਜਨਮ ਹੋਇਆ ਤੇ ਨਾਨੀ ਨੇ ਨਾਮ ਰੱਖਿਆ ਸੀ ਕਿ ਇਹ ਨਾਨਕਿਆਂ ਦੇ ਘਰ ਜਨਮੀ ਹੈ, ਇਹ ਨਾਨਕਿਆਂ ਦੀ ਹੈ, ਇਹ ਨਾਨਕੀ ਹੈ। ਨਾਮ ਰੱਖਿਆ ਗਿਆ ਨਾਨਕੀ। ਦਾਤੇ ਨੇ ਰਹਿਮਤ ਕੀਤੀ ਔਰ ਸਮੁੱਚੀ ਮਨੁੱਖਤਾ ਦੀਆਂ ਅਰਦਾਸਾਂ ਸਨ, ਪੁਕਾਰਾਂ ਸਨ। ਨਾਨਕੀ ਦੀ ਉਮਰ ਕਰੀਬਨ 5 ਵਰ੍ਹਿਆਂ ਦੀ ਹੋਈ ਹੈ। ਗੁਰੂ ਨਾਨਕ ਮਹਾਰਾਜ ਤੇ ਭੈਣ ਨਾਨਕੀ ਦੀ ਉਮਰ ਦਾ ਕਰੀਬਨ 5 ਵਰ੍ਹਿਆਂ ਦਾ ਅੰਤਰ ਹੈ, ਫਾਸਲਾ ਹੈ। ਨਾਨਕੀ ਨੂੰ ਦਾਤੇ ਨੇ ਰਹਿਮਤ ਕਰਕੇ ਭਰਾ ਦੀ ਦਾਤ ਬਖਸ਼ੀ। ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪੁੱਤਰ ਦਾ ਜਨਮ ਹੋਇਆ ਔਰ ਮਾਤਾ ਤ੍ਰਿਪਤਾ ਜੀ ਨੇ ਨਾਮ ਰੱਖਿਆ, ਇਹ ਨਾਨਕੀ ਦਾ ਭਰਾ ਨਾਨਕ ਹੈ। ਨਾਮ ਰੱਖਿਆ ਗਿਆ ਨਾਨਕ। ਭੈਣ ਦੇ ਨਾਮ ਦੇ ਨਾਲ ਰਲਦਾ ਮਿਲਦਾ ਨਾਮ ਰੱਖਿਆ ਗਿਆ ਨਾਨਕ, ਤੇ ਨਾਂ ਰੱਖਿਆ ਸੀ ਮਾਤਾ ਤ੍ਰਿਪਤਾ ਜੀ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਜਨਮ ਹੈ, ਪ੍ਰਕਾਸ਼ ਹੈ, ਰਾਏ ਭੋਏ ਦੀ ਤਲਵੰਡੀ ਵਿਖੇ ਹੋਇਆ ਹੈ, ਜਿਹਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ, ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ। ਵੈਸੇ ਗੁਰੂ ਨਾਨਕ ਮਹਾਰਾਜ ਜੀ ਜਾਂ ਮਹਿਤਾ ਕਾਲੂ ਜੀ ਦਾ ਜਿਹੜਾ ਜੱਦੀ ਪੁਸ਼ਤੀ ਪਿੰਡ ਸੀ ਨਾ, ਉਹ ਪਿੰਡ ਦਾ ਨਾਮ ਹੈ ਭਿੱਟੇਵਿੰਡ। ਇਹ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਹੈ। ਮਹਿਤਾ ਕਾਲੂ ਜੀ ਅਸਲ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਸਨ, ਪਰ ਕਿਉਂਕਿ ਰਾਏ ਭੋਏ ਦੀ ਤਲਵੰਡੀ ਵਿਖੇ ਪਟਵਾਰੀ ਦੀ ਕਿਰਤ ਕਰਦੇ ਸਨ ਉਹ ਰਾਏ ਬੁਲਾਰ ਜੀ ਦੇ ਕੋਲ, ਜਿਸ ਕਰਕੇ ਉਹਨਾਂ ਦੇ ਪਰਿਵਾਰ ਦੀ ਰਿਹਾਇਸ਼ ਉੱਥੇ ਸੀ। ਵੈਸੇ ਇਹਨਾਂ ਦਾ ਗੁਰੂ ਨਾਨਕ ਮਹਾਰਾਜ ਜੀਆਂ ਦਾ ਆਪਾਂ ਕਹਿ ਲਈਏ ਜਿਹੜਾ ਜੱਦੀ ਪੁਸ਼ਤੀ ਪਿਛਲਾ ਪਿੰਡ ਸੀ, ਉਹ ਭਿੱਟੇਵਿੰਡ ਪਿੰਡ ਹੈ, ਕਪੂਰਥਲਾ ਜ਼ਿਲ੍ਹਾ ਦੇ ਵਿੱਚ ਇਹ ਪੈਂਦਾ ਹੈ, ਸੁਲਤਾਨਪੁਰ ਲੋਧੀ ਦੇ ਨੇੜੇ ਹੀ ਹੈ। ਖੈਰ, ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਮਹਾਰਾਜ ਜੀ ਦੇ ਆਗਮਨ ਦੀ ਗੱਲ ਕਰਦਿਆਂ ਜ਼ਿਕਰ ਕੀਤਾ ਹੈ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ। ਇੱਕ ਜਿਹੜਾ ਹੁਣੇ ਆਪਾਂ ਸ਼ਬਦ ਸ਼ਰਵਣ ਕੀਤਾ ਹੈ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਹੁਣ ਇਹ ਬਹੁਤ ਗੰਭੀਰ, ਬਰੀਕ ਤੇ ਸੂਖਸ਼ਮ ਵਿਚਾਰਾਂ ਨੇ, ਬੜੇ ਧਿਆਨ ਦੇ ਨਾਲ ਪੜ੍ਹਨ ਸੁਣਨ ਵਾਲੀਆਂ ਨੇ। ਆਪਾਂ ਅਸਲ ਦੇ ਵਿੱਚ ਇਹ ਸਮਝਦੇ ਹਾਂ ਕਿ ਇਹ ਜਿਹੜਾ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਨਾਲ ਸੰਬੰਧਿਤ ਹੈ ਕਿ ਗੁਰੂ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਪਰ ਜਦੋਂ ਆਪਾਂ ਭਾਈ ਗੁਰਦਾਸ ਜਿਨ੍ਹਾਂ ਨੇ ਇਹ ਬਚਨ ਲਿਖੇ ਨੇ, ਉਹਨਾਂ ਦੀ ਰਚਨਾ ਨੂੰ ਬੜੇ ਧਿਆਨ ਦੇ ਨਾਲ ਪੜ੍ਹਦੇ ਆ ਨਾ, ਜਿੱਥੇ ਗੁਰੂ ਨਾਨਕ ਜੀ ਦੇ ਜਨਮ ਦੀ ਉਹ ਗੱਲ ਕਰਦੇ ਹਨ, ਉੱਥੇ ਉਹਨਾਂ ਨੇ ਲਿਖਿਆ ਹੈ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ। ਕਿਉਂਕਿ ਸਾਰੇ ਪਾਸੇ ਭਾਈ ਗੁਰਦਾਸ ਸਾਹਿਬ ਕਹਿੰਦੇ ਪਾਪੈ ਦਾ ਵਰਤਿਆ ਵਰਤਾਰਾ, ਪਾਪ ਹੀ ਪਾਪ ਵਰਤਿਆ ਪਿਆ ਸੀ। ਰਾਜੇ ਪਾਪ ਕਮਾ ਰਹੇ ਸਨ,
ਧਾਰਮਿਕ ਆਗੂ ਲੁੱਟਦੇ ਕਸੁੱਟਦੇ ਪਏ ਸਨ। ਸਮਾਜਿਕ ਤੌਰ ਤੇ ਪੂਰੀ ਤਰ੍ਹਾਂ ਤਾਣਾ ਬਾਣਾ ਉਲਝਿਆ ਪਿਆ ਸੀ, ਬੜੀ ਗਿਰਾਵਟ ਆ ਚੁੱਕੀ ਸੀ। ਤੇ ਜਿਹੜੇ ਆਮ ਗਰੀਬ ਤੇ ਮਜ਼ਲੂਮ ਲੋਕ ਸਨ, ਬੜੇ ਦੁਖੀ ਸਨ। ਉਹਨਾਂ ਨੂੰ ਰਸਤਾ ਕੋਈ ਨਹੀਂ ਸੀ ਦਿਸ ਰਿਹਾ ਕਿ ਅਸੀਂ ਆਪਣਾ ਦੁੱਖ ਕਿਹਦੇ ਅੱਗੇ ਬਿਆਨ ਕਰੀਏ। ਜਦੋਂ ਉਹਨਾਂ ਨੇ ਵੇਖਿਆ ਕਿ ਰਾਜੇ ਵੀ ਲੁੱਟ ਰਹੇ ਨੇ, ਧਾਰਮਿਕ ਆਗੂ ਵੀ ਲੁੱਟ ਰਹੇ ਹਨ, ਫਿਰ ਉਹਨਾਂ ਨੇ ਸੋਚਿਆ ਕਿ ਰੱਬ ਤੋਂ ਬਿਨਾਂ ਸਾਡੀ ਪੁਕਾਰ ਸੁਣਨ ਵਾਲਾ ਕੋਈ ਦੂਜਾ ਥਾਂ ਨਹੀਂ ਹੈ। ਉਹਨਾਂ ਲੋਕਾਂ ਨੇ ਫਿਰ ਰੱਬ ਅੱਗੇ, ਪਰਮੇਸ਼ਰ ਅੱਗੇ ਹੀ ਪੁਕਾਰ ਅਰਦਾਸ ਕੀਤੀ ਕਿ ਹੇ ਮਾਲਕ ਜੀ, ਤੁਸੀਂ ਕੋਈ ਕਲਾ ਵਰਤਾਓ ਤੇ ਅਸੀਂ ਬਚ ਸਕਦੇ ਹਾਂ, ਨਹੀਂ ਤੇ ਕੁਝ ਨਹੀਂ ਜੀ ਹੋ ਸਕਦਾ, ਅਸੀਂ ਗਰੀਬ ਰੁੜ ਜਾਵਾਂਗੇ। ਉਹ ਇੱਕ ਵਿਦਵਾਨ ਨੇ ਬੜੀਆਂ ਪਿਆਰੀਆਂ 4 ਸਤਰਾਂ ਲਿਖੀਆਂ ਹਨ ਕਿ ਉਸ ਵਕਤ ਦੇ ਹਾਲਾਤ ਕੀ ਸਨ। ਉਹ ਕਹਿੰਦਾ, ਕੂੜ ਦੀ ਕਾਲੀ ਰਾਤ ਸੀ, ਝੂਠ ਦੀ ਰਾਤ, ਘੁੱਪ ਹਨੇਰਾ। ਕੂੜ ਦੀ ਕਾਲੀ ਰਾਤ ਸੀ, ਹਨੇਰਾ ਸੀ ਪਿਆ, ਸੱਚ ਚੰਦਰਮਾ ਨਾ ਦਿਸਦਾ ਸੀ, ਮੂੜੋ ਸੀ ਛਿਪ ਗਿਆ। ਧਨ ਰੂਪ ਵੈਰੀ ਬਣ ਗਏ, ਆਲਮ ਸੀ ਲੁੱਟ ਗਿਆ। ਖਲਕਤ ਨਿਮਾਣੀ ਦੀਨ ਤਦ, ਦਾਤਾ ਦੇ ਦਰ ਤੇ ਧਾ ਕਿਹਾ। ਖਲਕਤ ਦਾ ਭਾਵ ਹੈ ਆਮ ਲੁਕਾਈ ਲੋਕ। ਖਲਕਤ ਨਿਮਾਣੀ ਦੀਨ ਤਦ, ਗਰੀਬ ਨਿਮਾਣੇ ਨਿਤਾਣੇ ਲੋਕਾਂ ਨੇ ਦਾਤਾ ਦੇ ਦਰ ਤੇ ਧਾ ਕਿਹਾ। ਪਰਮੇਸ਼ਰ ਅੱਗੇ ਹੱਥ ਜੋੜ ਤਰਲੇ ਕੀਤੇ, ਔਖੀ ਬਣੀ ਹੈ ਦਾਤਾ। ਹੇ ਮੇਰੇ ਦਾਤਾ ਪਰਮੇਸ਼ਰ ਜੀ, ਬੜਾ ਔਖਾ ਬਣਿਆ ਪਿਆ ਜੀ ਜੀਣਾ ਰਹਿਣਾ। ਔਖੀ ਬਣੀ ਹੈ ਦਾਤਾ, ਕੌਣ ਜਗ ਦਾ ਸਹਾਰਾ ਹੈ। ਗੈਬੋਂ ਆਵਾਜ਼ ਆਈ, ਇੱਕ ਨਾਨਕ ਪਿਆਰਾ ਹੈ। ਗੁਰਬਾਣੀ ਦੇ ਬੜੇ ਪਿਆਰੇ ਇਹ ਬੋਲ ਹਨ ਕਿ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ। ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਗੁਰੂ ਨਾਨਕ ਮਹਾਰਾਜ ਜੀ ਦਾ ਆਗਮਨ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ, ਰੱਬ ਨੇ ਪੁਕਾਰ ਸੁਣੀ, ਗੁਰੂ ਨਾਨਕ ਜਗ ਮਾਹੇ ਪਠਾਇਆ। ਉਦੋਂ ਬਾਅਦ ਹੁਣ ਗੁਰੂ ਨਾਨਕ ਜੀ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਜਨਮ ਹੋ ਗਿਆ। ਛੋਟੀ ਉਮਰੇ ਹੀ ਗੁਰੂ ਨਾਨਕ ਮਹਾਰਾਜ ਜਿਸ ਕਾਰਜ ਦੇ ਲਈ ਅਕਾਲ ਦੇ ਹੁਕਮ ਦੇ ਨਾਲ ਆਏ ਸਨ, ਉਹਨਾਂ ਨੇ ਆਰੰਭ ਕਰ ਦਿੱਤਾ। ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਮਨੁੱਖਤਾ ਨੂੰ ਸੱਚ, ਧਰਮ, ਸਤਿਨਾਮ ਦਾ ਉਪਦੇਸ਼ ਦ੍ਰਿੜ ਕਰਾਉਣਾ ਸ਼ੁਰੂ ਕਰ ਦਿੱਤਾ। ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ ਦਾ ਉਪਦੇਸ਼ ਉਹਨਾਂ ਨੇ ਦ੍ਰਿੜ ਕਰਾਉਣਾ ਛੋਟੀ ਉਮਰ ਤੋਂ ਹੀ ਸ਼ੁਰੂ ਕਰ ਦਿੱਤਾ। ਰਾਏ ਭੋਏ ਦੀ ਤਲਵੰਡੀ ਰਹਿੰਦਿਆਂ ਬਾਬਾ ਜੀ ਨੇ ਪੰਡਤ ਹਰਦਿਆਲ ਨੂੰ ਦੱਸਿਆ ਸੱਚੇ ਜਨੇਊ ਦਾ ਉਪਦੇਸ਼। ਗੋਪਾਲ ਪਾਂਧੇ ਨੂੰ ਦੱਸਿਆ ਅਸਲੀ ਪੜ੍ਹਾਈ ਕੀ ਹੈ। ਲਿਖ ਨਾਮ ਸਲਾਹ, ਲਿਖ ਲਿਖ ਅੰਤ ਨਾ ਪਾਰਾਵਾਰ। ਉਹ ਬੜਾ ਪਿਆਰਾ ਇਤਿਹਾਸ ਹੈ। ਕਹਿੰਦੇ ਜਦੋਂ ਮਹਿਤਾ ਕਾਲੂ ਜੀ ਗੋਪਾਲ ਪਾਂਧੇ ਦੇ ਕੋਲ ਗੁਰੂ ਨਾਨਕ ਮਹਾਰਾਜ ਨੂੰ ਛੱਡ ਕੇ ਆਏ, ਇਹਨੂੰ ਪੜ੍ਹਾਓ ਮੇਰੇ ਪੁੱਤ ਨੂੰ। ਤੇ ਪਹਿਲੇ ਦਿਨ ਜੋ ਗੋਪਾਲ ਪਾਂਧਾ ਪੜਾਉਂਦਾ ਹੈ, ਗੁਰੂ ਨਾਨਕ ਪੜ੍ਹੀ ਜਾਂਦੇ ਚੁੱਪਚਾਪ, ਕੋਈ ਸਵਾਲ ਨਹੀਂ, ਕੋਈ ਕਿਸੇ ਤਰ੍ਹਾਂ ਦਾ ਸ਼ੰਕਾ ਨਹੀਂ। ਦੂਜੇ ਦਿਨ ਜਦੋਂ ਗੁਰੂ ਨਾਨਕ ਗਏ ਨੇ, ਮਹਿਤਾ ਕਾਲੂ ਜੀ ਛੱਡ ਕੇ ਆਏ ਨੇ, ਗੋਪਾਲ ਪਾਂਧੇ ਨੇ ਪੜਾਉਣਾ ਸ਼ੁਰੂ ਕਰ ਦਿੱਤਾ। ਪੱਟੀ ਕਹਿਣ ਲੱਗਾ, ਪੜੋ ਸੱਸਾ। ਮਹਾਰਾਜ ਕਹਿਣ ਲੱਗੇ, ਸੱਸੇ ਦਾ ਮਤਲਬ ਕੀ ਹੈ? ਉਹ ਕਹਿਣ ਲੱਗਾ, ਇਹ ਨਾਨਕੇ ਦਾ ਮਤਲਬ ਕੋਈ ਨਹੀਂ ਹੈ ਸੱਸੇ ਦਾ, ਇਹ ਇੱਕ ਅੱਖਰ ਹੈ। ਇੱਕ ਅੱਖਰ ਦਾ ਕੋਈ ਮਤਲਬ ਨਹੀਂ ਹੁੰਦਾ ਹੈ, 2-4 ਅੱਖਰ ਰਲਦੇ ਨੇ ਫਿਰ ਇੱਕ ਸ਼ਬਦ ਬਣਦਾ ਹੈ। ਉਹ ਫਿਰ ਸ਼ਬਦ ਦਾ ਅੱਗੇ ਕੋਈ ਮਤਲਬ ਹੁੰਦਾ ਹੈ, ਇੱਕ ਦਾ ਕੋਈ ਅਰਥ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਜੇ ਇੱਕ ਇਹ ਸ਼ਬਦ ਬੇਅਰਥਾ ਹੈ ਤੇ 2-4 ਬੇਅਰਥੇ ਸ਼ਬਦਾਂ ਨੂੰ ਇਕੱਠਿਆਂ ਕਰਕੇ ਕੋਈ ਅਰਥ ਕਿੱਦਾਂ ਬਣ ਸਕਦਾ ਹੈ? ਇਹ ਥੋੜਾ ਹੈ ਕਿ ਇੱਕ ਮੂਰਖ ਤੇ 4 ਮੂਰਖ ਇਕੱਠੇ ਕਰੋ ਤੇ ਇੱਕ ਸਿਆਣਾ ਬਣ ਜਾਏ। ਕੁਝ ਇਦਾਂ ਦੇ ਜਦੋਂ ਮਹਾਰਾਜ ਨੇ ਤਰਕ ਕੀਤੇ, ਉਹ ਕਹਿੰਦੇ ਗੋਪਾਲ ਪਾਂਧਾ ਕੁਝ ਖਿਝ ਗਿਆ ਕਿ ਪੜਨ ਆਇਆ ਕਿ ਪੜਾਉਣ ਆਇਆ ਹੈ। ਇੱਕ ਦਾ ਕੀ ਮਤਲਬ ਹੋ ਸਕਦਾ ਹੈ? ਤੂੰ ਦੱਸ ਦੇ ਇੱਕ ਦਾ ਕੀ ਮਤਲਬ ਹੈ। ਤੇ ਮਹਾਰਾਜ ਬੜੇ ਸਹਿਜ ਦੇ ਨਾਲ ਕਹਿਣ ਲੱਗੇ, ਪੰਡਤ ਜੀ ਇੱਕ ਹੈ ਤੇ ਅਨੇਕਤਾ ਹੈ, ਜੇ ਇੱਕ ਨਾ ਹੋਵੇ ਤੇ ਅਨੇਕਤਾ ਵੀ ਨਾ ਹੋਵੇ।
ਉੱਥੇ ਮਹਾਰਾਜ ਨੇ ਕਿਹਾ ਸੀ, ਤੁਸੀਂ ਕਹਿ ਰਹੇ ਜੇ ਸੱਸੇ ਦਾ ਮਤਲਬ ਕੋਈ ਨਹੀਂ ਹੈ, ਇੱਕ ਇੱਕ ਅੱਖਰ ਦਾ ਮਤਲਬ ਹੈ, ਬਸ ਬੰਦਾ ਸਮਝਣ ਵਾਲਾ ਹੋਣਾ ਚਾਹੀਦਾ ਹੈ। ਮਹਾਰਾਜ ਨੇ ਉੱਥੇ ਪੱਟੀ ਬਾਣੀ ਉਚਾਰਨ ਕੀਤੀ, ਕੱਲੇ ਕੱਲੇ ਅੱਖਰ ਦਾ ਮਤਲਬ, ਕੱਲੇ ਕੱਲੇ ਅੱਖਰ ਨੂੰ ਐਕਸਪਲੇਨ ਕਰਕੇ ਦੱਸਿਆ ਗਿਆ ਇਹਦਾ ਮਤਲਬ ਕੀ ਹੈ। ਤੇ ਜਿਹੜੇ ਸੱਸੇ ਦੀ ਗੱਲ ਮਹਾਰਾਜ ਨੇ ਕੀਤੀ ਸੀ, ਮਹਾਰਾਜ ਕਹਿਣ ਲੱਗੇ ਸੱਸੇ ਦਾ ਮਤਲਬ ਕੀ ਹੈ, ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਪਿਆ। ਮਹਾਰਾਜ ਕਹਿੰਦੇ ਸੱਸੇ ਦਾ ਮਤਲਬ ਹੈ ਸਾਰਿਆਂ ਦਾ ਸਾਂਝਾ, ਉਹ ਇੱਕ ਅਕਾਲ ਪੁਰਖ ਪਰਮਾਤਮਾ। ਹੁਣ ਮਹਾਰਾਜ ਨੇ ਉੱਥੇ ਇਹ ਕਿਹਾ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਤੇ ਬੜੀ ਛੋਟੀ ਜਿਹੀ ਉਮਰ ਸੀ ਗੁਰੂ ਨਾਨਕ ਮਹਾਰਾਜ ਦੀ, ਬੜੀਆਂ ਉੱਚੀਆਂ ਤੇ ਬੜੀਆਂ ਗਹਿਰੀਆਂ ਗੱਲਾਂ ਜਦੋਂ ਮਹਾਰਾਜ ਨੇ ਪਾਂਧੇ ਦੇ ਸਾਹਮਣੇ ਕੀਤੀਆਂ, ਤੇ ਮਹਿਤਾ ਕਾਲੂ ਜੀ ਨੂੰ ਪਾਂਧਾ ਗੋਪਾਲ ਪੰਡਤ ਕਹਿਣ ਲੱਗਾ, ਮੈਂ ਤੇਰੇ ਪੁੱਤ ਨੂੰ ਪੜ੍ਹਾ ਨਹੀਂ ਸਕਦਾ, ਇਹ ਤੇ ਦੁਨੀਆ ਨੂੰ ਪੜ੍ਹਾਉਣ ਦੇ ਲਈ ਆਇਆ, ਇਹਨੂੰ ਮੈਂ ਕੀ ਪੜ੍ਹਾ ਸਕਦਾ। ਇਹੀ ਗੱਲ ਫਿਰ ਜਦੋਂ ਕਾਜੀ ਕੁਤਬਦੀਨ ਦੇ ਕੋਲ ਗੁਰੂ ਨਾਨਕ ਮਹਾਰਾਜ ਜੀ ਨੂੰ ਪੜ੍ਹਾਉਣ ਦੇ ਲਈ ਮਹਿਤਾ ਕਾਲੂ ਛੱਡ ਕੇ ਆਏ, ਮਹਾਰਾਜ ਉਹ ਕਹਿਣ ਲੱਗੇ, ਕਾਜੀ ਸਾਹਿਬ ਦੱਸੋ ਪੜ੍ਹਨਾ ਕਿਉਂ ਚਾਹੀਦਾ ਹੈ। ਉਹ ਕਹਿਣ ਲੱਗੇ, ਜੀ ਪੜ੍ਹ ਕੇ ਬੰਦਾ ਤਰੱਕੀ ਕਰਦਾ ਹੈ, ਚੰਗਾ ਨਾਮਣਾ ਪੜ੍ਹਿਆਂ ਲਿਖਿਆਂ ਦਾ ਸੰਸਾਰ 'ਚ ਹੁੰਦਾ ਹੈ, ਪੜ੍ਹ ਕੇ ਬੰਦਾ ਚੋਖਾ ਧਨ ਕਮਾ ਸਕਦਾ। ਅੱਜ ਵੀ ਅਸੀਂ ਆਪਣੇ ਬੱਚਿਆਂ ਨੂੰ ਜਾਂ ਆਪ ਇਸੇ ਕਰਕੇ ਪੜ੍ਹਦੇ ਹਾਂ ਕਿ ਸਾਡੀ ਸਮਾਜ ਅੰਦਰ ਚੰਗੀ ਇੱਜ਼ਤ ਚੰਗਾ ਨਾਂ ਬਣੇ ਤੇ ਅਸੀਂ ਪੈਸੇ ਦੇ ਨਾਲ, ਵਿਦਿਆ ਦੇ ਨਾਲ ਚੰਗੇ ਪੈਸੇ ਕਮਾ ਸਕੀਏ, ਪੜ੍ਹ ਕੇ ਚੰਗਾ ਧਨ ਕਮਾ ਸਕੀਏ। ਪਰ ਵੇਖੋ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਜ਼ਰੀਆ ਕੀ ਹੈ। ਪੜ੍ਹਨਾ ਚਾਹੀਦਾ ਹੈ, ਪਰ ਬਾਬਾ ਜੀ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਵਿਚਾਰ ਕੇ ਬੰਦਾ ਪਰਉਪਕਾਰੀ ਬਣੇ ਤੇ ਬੰਦੇ ਦਾ ਪੜ੍ਹਿਆ ਸਫਲ ਹੈ। ਤੇ ਜੇ ਬੰਦਾ ਪੜ੍ਹ ਕੇ ਕੇਵਲ ਆਪਣੇ ਤੱਕ ਜਿਉਂਦਾ ਪਿਆ ਹੈ ਕਿ ਮੈਂ ਧਨ ਖੱਟ ਲਵਾਂ, ਮੇਰੀ ਵਿਦਿਆ ਦੇ ਨਾਲ ਦੂਜਿਆਂ ਦਾ ਨੁਕਸਾਨ ਵੀ ਹੋ ਜਾਵੇ ਤੇ ਕੋਈ ਪਰਵਾਹ ਨਹੀਂ ਹੈ। ਵੇਖੋ ਵੈਸੇ ਸਮਾਜ ਦੀ ਸੱਚਾਈ ਇਹ ਹੈ, ਅਸੀਂ ਅੱਜ ਵੀ ਕਹਿੰਦੇ ਹਾਂ ਸਮਾਜ ਅੰਦਰ ਕਿੰਨੇ ਪ੍ਰਕਾਰ ਦੀ ਗਿਰਾਵਟ ਹੈ, ਕਿੰਨੀਆਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਾਡੇ ਜੀਵਨ ਅੰਦਰ ਹਨ, ਕਿੰਨੀਆਂ ਬਿਮਾਰੀਆਂ ਹਨ, ਕਿੰਨੇ ਤਰ੍ਹਾਂ ਦਾ ਪੂਰੀ ਧਰਤੀ ਦੇ ਲਈ ਪਰਮਾਣੂ ਬੰਬ ਵਰਗੇ ਖਤਰੇ ਹਨ। ਕਿਸੇ ਸਿਰ ਫਿਰੇ ਦੇ ਹੱਥ ਬਟਨ ਆ ਗਿਆ, ਮਿੰਟਾਂ ਸਕਿੰਟਾਂ 'ਚ ਦੁਨੀਆ ਤਬਾਹ ਹੋ ਸਕਦੀ ਹੈ। ਹੁਣ ਇਹ ਖੋਜ ਕਿਹਨਾਂ ਦੀ ਹੈ? ਅਨਪੜ੍ਹਾਂ ਦੀ ਨਹੀਂ ਹੈ, ਪੜ੍ਹਿਆਂ ਦੀ ਖੋਜ ਹੈ। ਅਸੀਂ ਪੰਜਾਬ 'ਚ ਇੰਡੀਆ 'ਚ ਵੇਖਦੇ ਹਾਂ, ਹਰ ਚੀਜ਼ ਦੇ ਵਿੱਚ ਮਿਲਾਵਟ ਹੈ, ਹਰ ਚੀਜ਼ ਦੇ ਵਿੱਚ। ਬਾਹਰੋਂ ਡੱਬਾ ਐਨ ਕੁਆਲਿਟੀ ਲੱਗਦੀ ਹੈ ਪਰ ਅੰਦਰ ਜ਼ਹਿਰ ਹੈ। ਹੁਣ ਉਹ ਕਿਹਨਾਂ ਦੀ ਖੋਜ ਹੈ? ਉਹ ਪੜ੍ਹੇ ਲਿਖੇ ਲੋਕ ਹੀ ਇੱਦਾਂ ਦੀਆਂ ਮਾੜੀਆਂ ਹਰਕਤਾਂ, ਮਾੜੇ ਕਰਮ ਕਰ ਰਹੇ ਹਨ। ਵਿਦਿਆ ਤੇ ਹੈ, ਪਰ ਵਿਦਿਆ ਪਰਉਪਕਾਰ ਦੇ ਲਈ ਨਹੀਂ ਹੈ, ਵਿਦਿਆ ਵਿਨਾਸ਼ ਦੇ ਲਈ ਹੈ, ਵਿਦਿਆ ਤਬਾਹੀ ਦੇ ਲਈ ਹੈ। ਇਸੇ ਨੂੰ ਬਾਬਾ ਜੀ ਨੇ ਕਿਹਾ ਸੀ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ। ਜਿਹਦੇ ਮਨ 'ਚ ਇਹ ਲੋਭ ਹੈ ਕਿ ਮੈਂ ਬਸ ਪੜ੍ਹ ਕੇ ਤੇ ਪੈਸੇ ਦੇ ਨਾਲ, ਵਿਦਿਆ ਦੇ ਨਾਲ ਪੈਸਾ ਹੀ ਕਮਾਵਾਂ, ਭਾਵੇਂ ਦੁਨੀਆ ਤਬਾਹ ਹੋ ਜਾਏ, ਮੇਰੇ ਖਜ਼ਾਨੇ ਭਰੇ ਹੋਣੇ ਚਾਹੀਦੇ ਹਨ, ਉਹਨੂੰ ਬਾਬਾ ਜੀ ਪੜ੍ਹਿਆ ਮੂਰਖ ਕਹਿੰਦੇ ਹਨ। ਜਦੋਂ ਕਾਜੀ ਨੇ ਕਿਹਾ ਨਾ, ਪੜ੍ਹ ਕੇ ਤੇ ਤੂੰ ਪੈਸਾ ਕਮਾ ਸਕਦਾ ਹੈ ਨਾਨਕ, ਪੜ੍ਹ ਕੇ ਤੂੰ ਇੱਜ਼ਤ ਕਮਾ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪੜ੍ਹਨਾ ਚਾਹੀਦਾ ਹੈ, ਅਸੀਂ ਮੰਨਦੇ ਹਾਂ, ਪਰ ਕੇਵਲ ਇਸ ਲਈ ਪੜ੍ਹਨਾ ਚਾਹੀਦਾ ਹੈ, ਪੜ੍ਹ ਕੇ ਬੰਦਾ ਪੈਸੇ ਕਮਾਵੇ, ਇਹਦੇ ਨਾਲ ਅਸੀਂ ਸਹਿਮਤ ਨਹੀਂ ਹਾਂ। ਪੜ੍ਹ ਕੇ ਬੰਦਾ ਚੰਗਾ ਇਨਸਾਨ, ਨੇਕ ਇਨਸਾਨ ਬਣੇ, ਅਸੀਂ ਚਾਹੁੰਦੇ ਹਾਂ ਕਿ ਬੰਦਾ ਪੜ੍ਹੇ, ਪਰ ਕੇਵਲ ਦੁਨੀਆ ਦੀ ਫੋਕੀ ਸ਼ੋਹਰਤ ਦੇ ਲਈ ਬੰਦਾ ਪੜ੍ਹੇ, ਇਸ ਚੀਜ਼ ਦੇ ਨਾਲ ਅਸੀਂ ਸਹਿਮਤ ਨਹੀਂ ਹਾਂ। ਉੱਥੇ ਵੀ ਗੁਰੂ ਨਾਨਕ ਮਹਾਰਾਜ ਜੀ ਨੇ ਬਚਨ ਕਿਹਾ ਸੀ, ਜ਼ਕ ਅਰਜ ਗੁਫਤਮ ਪੇਸ਼ ਦੋ ਦਰ ਕੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ। ਤੇ ਜਦੋਂ ਗੁਰੂ ਬਾਬਾ ਜੀ ਨੇ ਇਹ ਉਪਦੇਸ਼ ਕਾਜੀ ਨੂੰ ਸਮਝਾਇਆ ਤੇ ਉਹਨਾਂ ਵੀ ਮਹਿਤਾ ਕਾਲੂ ਨੂੰ ਕਹਿ ਦਿੱਤਾ ਕਿ ਤੇਰੇ ਪੁੱਤ ਨਾਨਕ ਨੂੰ ਮੈਂ ਨਹੀਂ ਪੜ੍ਹਾ ਸਕਦਾ, ਇਹਨੇ ਤੇ ਦੁਨੀਆ ਨੂੰ ਪੜ੍ਹਾਉਣਾ, ਦੁਨੀਆ ਨੂੰ ਗਿਆਨ ਵੰਡਣਾ। ਹੁਣ ਵੇਖੋ ਪੰਡਤ ਹਰਦਿਆਲ, ਗੋਪਾਲ ਪਾਂਧਾ ਤੇ ਕਾਜੀ ਕੁਤਬਦੀਨ,
ਇਹ 3-4 ਲੋਕ। ਚੌਥੇ ਨੰਬਰ ਤੇ ਸੀ ਹਰਦਾਸ ਵੈਦ। ਇਹ 4 ਬੰਦੇ ਰਾਏ ਭੋਏ ਦੀ ਤਲਵੰਡੀ ਦੇ ਐਨ ਉੱਚ ਕੋਟੀ ਦੇ ਬੰਦੇ ਸਨ। ਤੇ ਸਭ ਤੋਂ ਪਹਿਲੇ ਨੰਬਰ ਤੇ ਰਾਏ ਬੁਲਾਰ, ਜਿਹੜਾ ਨਗਰ ਦਾ ਰਾਜਾ ਸੀ। ਇਹ ਜਿਹੜੇ ਨਗਰ ਦੇ ਆਪਾਂ ਕਹਿ ਲਈਏ ਰਾਏ ਭੋਏ ਦੀ ਤਲਵੰਡੀ ਦੇ 5 ਐਨ ਜਿਹੜੀ ਕਰੀਮ ਸੀ ਉੱਥੋਂ ਦੀ, ਉਹ 5 ਬੰਦਿਆਂ ਨੇ ਮਹਿਤਾ ਕਾਲੂ ਜੀ ਨੂੰ ਕਹਿ ਦਿੱਤਾ ਸੀ ਕਿ ਤੇਰਾ ਪੁੱਤ ਆਮ ਇਨਸਾਨ ਨਹੀਂ, ਉਹ ਤੇਰਾ ਪੁੱਤ ਭਗਵਾਨ ਹੈ। ਤੇ ਆਪਾਂ ਜਾਣਦੇ ਹਾਂ ਜਦੋਂ ਕੋਈ ਜਿਹੜੇ ਉੱਚ ਕੋਟੀ ਦੇ ਬੰਦੇ ਜਿਸ ਚੀਜ਼ ਨੂੰ ਕਬੂਲ ਕਰਦੇ ਨੇ, ਆਮ ਜਿਹੜੇ ਅਨਪੜ੍ਹ ਲੋਕ ਹੁੰਦੇ ਨੇ ਉਹ ਤੇ ਆਪਣੇ ਆਪ ਪਿੱਛੇ ਲੱਗ ਕੇ ਕਬੂਲ ਕਰ ਲੈਂਦੇ ਹਨ। ਕਹਿਣ ਦਾ ਭਾਵ ਕਿ ਗੁਰੂ ਨਾਨਕ ਜੀ ਦੀ ਵਡਿਆਈ ਫੈਲਣੀ ਸ਼ੁਰੂ ਹੋ ਗਈ। ਜਿਹੜਾ ਫੁੱਲ ਮਾਂ ਤ੍ਰਿਪਤਾ ਜੀ ਦੀ ਕੁੱਖ ਤੋਂ ਪੈਦਾ ਹੋਇਆ ਸੀ, ਉਹਦੀ ਖੁਸ਼ਬੂ ਪਹਿਲਾਂ ਰਾਏ ਭੋਏ ਦੀ ਤਲਵੰਡੀ 'ਚ ਫੈਲੀ, ਫਿਰ ਉਹ ਉੱਥੋਂ ਤੱਕ ਸੀਮਤ ਨਹੀਂ ਰਹੀ, ਉਹ ਅੱਗੇ ਤੋਂ ਅੱਗੇ ਦੂਰ ਤੋਂ ਦੂਰ ਤੱਕ ਫੈਲਦੀ ਗਈ ਹੈ। ਤੇ ਜਿਵੇਂ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਦੀ ਵਡਿਆਈ ਦੂਰ ਦੂਰ ਤੱਕ ਫੈਲੀ ਹੈ। ਪਹਿਲਾਂ ਨਗਰ ਵਾਲੇ ਕਹਿੰਦੇ ਸਨ ਕਿ ਇਹ ਪਰਮੇਸ਼ਰ ਹੈ, ਫਿਰ ਇਲਾਕੇ ਵਾਲਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਇਹ ਪਰਮੇਸ਼ਰ ਹੈ। ਸਹਿਜੇ ਸਹਿਜੇ ਜਿਵੇਂ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਦੀ ਵਡਿਆਈ ਫੈਲੀ, ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਤੇ ਉਦੋਂ ਕੁੱਲ ਜਹਾਨ ਨੇ ਕਹਿ ਦਿੱਤਾ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹਨੂੰ ਫਿਰ ਭਾਈ ਗੁਰਦਾਸ ਸਾਹਿਬ ਉੱਥੇ ਜਾ ਕੇ ਕਹਿੰਦੇ ਨੇ ਕਿ ਹੁਣ ਗੁਰੂ ਨਾਨਕ ਪ੍ਰਗਟ ਹੋ ਗਿਆ ਹੈ। ਪਹਿਲਾਂ ਪਠਾਇਆ ਸੀ, ਭੇਜਿਆ ਸੀ ਅਕਾਲ ਪੁਰਖ ਨੇ, ਉਦੋਂ ਕੇਵਲ ਪਹਿਲਾਂ ਦਾਇਰਾ ਮਾਂ ਤ੍ਰਿਪਤਾ ਜੀ ਦੀ ਗੋਦ ਤੱਕ, ਘਰ ਤੱਕ ਸੀਮਤ, ਫਿਰ ਪਿੰਡ, ਫਿਰ ਇਲਾਕਾ, ਫਿਰ ਸਮੁੱਚੇ ਸੰਸਾਰ ਅੰਦਰ ਬਾਬਾ ਜੀ ਦੀ ਵਡਿਆਈ ਫੈਲੀ। ਉਹਨੂੰ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਹੁਣ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਗੁਰੂ ਨਾਨਕ ਜੀ ਦੇ ਗਿਆਨ ਦਾ ਜਦੋਂ ਸੂਰਜ ਸਾਰੇ ਪਾਸੇ ਚੜਿਆ ਹੈ, ਚਾਰੇ ਪਾਸੇ ਜਿਹੜੀ ਅਗਿਆਨਤਾ ਸੀ, ਵਹਿਮ ਸਨ, ਭਰਮ ਸਨ, ਉਹ ਹੁਣ ਖਤਮ ਹੋ ਗਈ ਹੈ, ਕਿਉਂਕਿ ਮਿਟਿਆ ਹਨੇਰਾ, ਚੰਦ ਚੜਿਆ, ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਏ ਹਨ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਸ਼ੇਰ ਗਰਜਦਾ ਹੈ ਨਾ, ਹੁਣ ਗੁਰੂ ਨਾਨਕ ਬਾਬਾ ਜੀ ਗਰਜੇ ਹਨ, ਸਤਨਾਮ ਦਾ ਹੋਕਾ ਦਿੱਤਾ ਹੈ। ਜਿਹੜੇ ਰਾਜੇ ਪਾਪ ਕਮਾਉਂਦੇ ਸਨ ਉਹਨਾਂ ਦੇ ਸਾਹਮਣੇ ਗੁਰੂ ਨਾਨਕ ਜ਼ੁਰਤ ਦੇ ਨਾਲ ਕਹਿੰਦੇ ਨੇ ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਜਿਹੜੇ ਧਾਰਮਿਕ ਆਗੂ ਲੁੱਟਦੇ ਮਾਰਦੇ ਕੁੱਟਦੇ ਪਏ ਸਨ, ਉਹਨਾਂ ਸਾਹਮਣੇ ਗੁਰੂ ਨਾਨਕ ਬੋਲੇ ਹਨ ਕਿ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ, ਸ਼ਰਮ ਧਰਮ ਦੋਇ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਹੁਣ ਜਦੋਂ ਗੁਰੂ ਨਾਨਕ ਬੋਲੇ ਗਰਜੇ, ਤੇ ਜਿਹੜੇ ਵਹਿਮ ਭਰਮ ਪਖੰਡ ਤੇ ਪਖੰਡ ਫੈਲਾਉਣ ਵਾਲੇ ਸਨ ਉਹਨਾਂ ਨੂੰ ਭਾਜੜਾਂ ਪੈ ਗਈਆਂ ਕਿ ਗੁਰੂ ਨਾਨਕ ਦੇ ਸਾਹਮਣੇ ਅਸੀਂ ਟੇਕ ਨਹੀਂ ਸਕਦੇ। ਉਹ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਸ਼ੇਰ ਗਰਜਦਾ ਤੇ ਹਿਰਨਾਂ ਨੂੰ ਭਾਜੜਾਂ ਪੈਂਦੀਆਂ ਨੇ ਨਾ, ਇਸੇ ਤਰ੍ਹਾਂ ਇਹਨਾਂ ਲੋਕਾਂ ਨੂੰ ਭਾਜੜਾਂ ਪਈਆਂ ਨੇ। ਸਿੰਘ ਬੁੱਕੈ ਮਿਰਗਾਵਲੀ, ਬੁੱਕੇ ਦਾ ਮਤਲਬ ਹੈ ਗਰਜਣਾ, ਸਿੰਘ ਦਾ ਮਤਲਬ ਹੈ ਸ਼ੇਰ। ਭੰਨੀ ਜਾਏ ਨਾ ਧੀਰ ਤਰੋਵਾ, ਮਿਰਗਾਵਲੀ ਦਾ ਮਤਲਬ ਹੈ ਹਿਰਨਾਂ ਦੀਆਂ ਡਾਰਾਂ, ਉਹਨਾਂ ਨੂੰ ਭਾਜੜਾਂ ਪੈ ਗਈਆਂ। ਅਗਲੀ ਗੱਲ ਭਾਈ ਸਾਹਿਬ ਕਹਿੰਦੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ। ਜਿੱਥੇ ਜਿੱਥੇ ਵੀ ਗੁਰੂ ਨਾਨਕ ਬਾਬਾ ਜੀ ਦੇ ਪੈਰ ਪਏ, ਚਰਨ ਪਏ, ਉਹੀ ਜਗ੍ਹਾ ਪੂਜਣ ਦੇ ਯੋਗ ਬਣ ਗਈਆਂ। ਅੱਜ ਆਪਾਂ ਵੇਖਦੇ ਹਾਂ ਦੇਸਾਂ ਪ੍ਰਦੇਸਾਂ ਦੇ ਵਿੱਚ ਜਿੱਥੇ ਜਿੱਥੇ ਵੀ ਬਾਬਾ ਜੀ ਦੇ ਗੁਰੂ ਸਾਹਿਬ ਜੀ ਦੇ ਚਰਨ ਪਏ ਨੇ ਉਹ ਜਗ੍ਹਾ ਪੂਜਣ ਦੇ ਯੋਗ ਬਣੀਆਂ ਨੇ। ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਬਣ ਗਈ ਹੈ। ਬੇਅੰਤ ਜਗ੍ਹਾ ਤੇ ਭਾਈ ਸਾਹਿਬ ਕਹਿੰਦੇ ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਵਾ। ਸਦੀਆਂ ਤੋਂ ਜਗ੍ਹਾ ਦਾ ਨਾਮ ਸੀ ਗੋਰਖ ਮਤਾ।
ਪਰ ਜਦੋਂ ਗੁਰੂ ਨਾਨਕ ਬਾਬਾ ਜੀ ਦੀ ਕਲਾ ਵਰਤੀ, ਉਹ ਗੋਰਖ ਮਤਾ ਨਾਨਕ ਮਤਾ ਬਣ ਗਿਆ। ਅੱਜ ਉਹਨੂੰ ਦੁਨੀਆ ਨਾਨਕ ਮਤੇ ਦੇ ਨਾਮ ਦੇ ਨਾਲ ਜਾਣਦੀ ਹੈ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੂਆ। ਗੁਰੂ ਨਾਨਕ ਜੀ ਨੇ ਐਸੀ ਕਲਾ ਵਰਤਾਈ, ਹਰ ਸਿੱਖ ਦੇ ਘਰ ਨੂੰ ਹੀ ਗੁਰਦੁਆਰਾ ਬਣਾ ਦਿੱਤਾ, ਧਰਮਸ਼ਾਲਾ ਬਣਾ ਦਿੱਤੀ ਕਿ ਸਿੱਖ ਘਰ 'ਚ ਰੱਬੀ ਬਾਣੀ ਪੜ੍ਹੇ। ਰੱਬੀ ਪਹਿਲਾਂ ਲੋਕ ਇੱਕ ਸੋਚ ਸੀ ਕਿ ਪੂਜਾ ਤਾਂ ਬਸ ਜੀ ਕੇਵਲ ਮੰਦਰਾਂ 'ਚ ਮਸਜਿਦਾਂ 'ਚ ਜਾ ਕੇ ਕੀਤੀ ਜਾ ਸਕਦੀ ਹੈ। ਘਰਾਂ 'ਚ ਲੋਕ ਪੂਜਾ ਪਾਠ ਕੋਈ ਨਹੀਂ ਸੀ ਕਰਦੇ, ਰੱਬ ਨੂੰ ਚੇਤੇ ਕੋਈ ਨਹੀਂ ਸੀ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰੂ ਦੇ ਸਿੱਖ ਦਾ ਘਰ ਹੀ ਗੁਰਦੁਆਰਾ ਹੋਣਾ ਚਾਹੀਦਾ ਹੈ। ਜਿਹੜੀਆਂ ਚੀਜ਼ਾਂ ਅਸੀਂ ਕਹਿੰਦੇ ਹਾਂ ਜੀ ਆਹ ਚੀਜ਼ਾਂ ਗੁਰਦੁਆਰੇ 'ਚ ਹੋਣੀਆਂ ਚਾਹੀਦੀਆਂ ਨੇ, ਸਿੱਖ ਦਾ ਘਰ ਗੁਰਦੁਆਰਾ ਹੀ ਹੋਣਾ ਚਾਹੀਦਾ ਹੈ। ਜੇ ਗੁਰਦੁਆਰੇ ਆਣ ਜਾਣ ਵਾਲੇ ਲੋੜਵੰਦ ਦੇ ਲਈ ਗੁਰੂ ਕੇ ਲੰਗਰ ਤਿਆਰ ਰਹਿੰਦੇ ਨੇ, ਗੁਰੂ ਕੇ ਸਿੱਖ ਦੇ ਘਰ ਦਾ ਵੀ ਕੋਈ ਬੂਹਾ ਖੜਕਾਵੇ ਤੇ ਉੱਥੋਂ ਵੀ ਨਿਰਾਸ਼ਾ ਨਹੀਂ ਜਾਣਾ ਚਾਹੀਦਾ ਹੈ। ਜੇ ਅਸੀਂ ਕਹਿੰਦੇ ਹਾਂ ਗੁਰੂ ਘਰ ਆ ਕੇ ਸਾਰਿਆਂ ਦੇ ਨਾਲ ਮਿੱਠਾ ਬੋਲੋ, ਪਿਆਰ ਦੇ ਨਾਲ ਬੋਲੋ, ਲੜਾਈ ਝਗੜਾ ਕੋਈ ਨਹੀਂ ਚਾਹੀਦਾ ਹੈ। ਵੈਸੇ ਤੇ ਵੇਖੋ ਇਹ ਵੀ ਇੱਕ ਸਾਡੀ ਤਰਾਸਦੀ ਹੈ। ਮਹਾਰਾਜ ਨੇ ਤੇ ਕਿਹਾ ਸੀ ਸਿੱਖ ਦਾ ਘਰ ਗੁਰਦੁਆਰਾ ਹੋਣਾ ਚਾਹੀਦਾ, ਸਿੱਖ ਦਾ ਘਰ ਹੀ ਗੁਰੂ ਘਰ ਵਰਗਾ ਹੋਣਾ ਚਾਹੀਦਾ ਹੈ। ਅਸੀਂ ਇਹਦੇ ਤੋਂ ਥੋੜਾ ਉਲਟਾ ਕਰ ਦਿੱਤਾ। ਅਸੀਂ ਗੁਰਦੁਆਰੇ ਨੂੰ ਆਪਣੇ ਘਰ ਵਰਗਾ ਬਣਾ ਦਿੱਤਾ। ਜਿੱਦਾਂ ਦਾ ਕਲੇਸ਼ ਘਰ 'ਚ, ਉਦਾਂ ਦਾ ਕਲੇਸ਼ ਗੁਰਦੁਆਰੇ ਆ ਕੇ। ਜਿੱਦਾਂ ਨਿੰਦਾ ਚੁਗਲੀ ਘਰ, ਉਦਾਂ ਹੀ ਇੱਥੇ ਆ ਕੇ ਉਲਟ ਬਣ ਗਏ। ਕਿਉਂਕਿ ਜੋ ਗੁਰੂ ਨੇ ਬਣਾਇਆ ਸਿਖਾਇਆ ਉਹ ਨਹੀਂ ਸਿੱਖ ਰਹੇ। ਪਰ ਚਾਹੀਦਾ ਇਹ ਹੈ ਕਿ ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀ ਹੈ, ਜੋ ਗੁਰੂ ਬਾਬਾ ਜੀ ਨੇ ਉਪਦੇਸ਼ ਦਿੱਤਾ ਉਹਨੂੰ ਧਾਰਨ ਕਰੀਏ। ਭਾਈ ਸਾਹਿਬ ਕਹਿੰਦੇ ਗੁਰੂ ਨਾਨਕ ਜੀ ਦੀ ਕਲਾ ਐਸੀ ਵਰਤੀ, ਹਰ ਸਿੱਖ ਦਾ ਘਰ ਗੁਰੂ ਘਰ ਬਣ ਗਿਆ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਵਾ। ਫਿਰ ਭਾਈ ਸਾਹਿਬ ਕਹਿੰਦੇ ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ। ਕੁੱਲ ਜਹਾਨ ਗੁਰੂ ਨਾਨਕ ਬਾਬਾ ਜੀ ਨੇ ਸਤਨਾਮ ਦਾ ਉਪਦੇਸ਼ ਦੇ ਕੇ ਤਾਰ ਦਿੱਤਾ। ਗੜ ਬਗਦਾਦ ਨਿਵਾਏ ਕੈ, ਮੱਕਾ ਮਦੀਨਾ ਸਭੇ ਨਿਵਾਇਆ। ਹਰ ਜਗ੍ਹਾ ਤੇ ਗੁਰੂ ਨਾਨਕ ਮਹਾਰਾਜ ਜੀ ਨੇ ਸਤਨਾਮ ਦਾ ਮੰਤਰ ਦ੍ਰਿੜਾਇਆ, ਸਤਨਾਮ ਦਾ ਉਪਦੇਸ਼ ਦ੍ਰਿੜ ਕੀਤਾ। ਤੇ ਸਭ ਤੋਂ ਵੱਡੀ ਗੱਲ ਗੁਰੂ ਨਾਨਕ ਮਹਾਰਾਜ ਨੇ ਹਰ ਇੱਕ ਨੂੰ ਇਹ ਸਿਖਾਇਆ, ਭਾਈ ਚੰਗੇ ਗੁਣਾਂ ਦੇ ਧਾਰਨੀ ਬਣੋ। ਹੁਣੇ ਆਪਾਂ ਇੱਕ ਸ਼ਬਦ ਸ਼ਰਵਣ ਕੀਤਾ ਸੀ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਸ਼ਬਦ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ 2 ਸ਼ਹਿਰਾਂ ਦਾ, 2 ਜਗ੍ਹਾ ਦਾ ਜ਼ਿਕਰ ਕੀਤਾ ਹੈ। ਇੱਕ ਤੇ ਅਚਲ ਸਾਹਿਬ ਦਾ ਜ਼ਿਕਰ ਹੈ ਜੋ ਬਟਾਲੇ ਦੇ ਨੇੜੇ ਹੈ। ਦੂਜੇ ਨੰਬਰ ਤੇ ਭਾਈ ਸਾਹਿਬ ਕਹਿੰਦੇ ਸ਼ਿਵਰਾਤਰੀ ਦਾ ਮੇਲਾ ਸੀ ਅਚਲ ਵਿਖੇ, ਗੁਰੂ ਨਾਨਕ ਮਹਾਰਾਜ ਉੱਥੇ ਗਏ, ਸਿੱਧਾਂ ਨੂੰ ਉਪਦੇਸ਼ ਦਿੱਤਾ। ਸਿੱਧ ਗੁਰੂ ਨਾਨਕ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਦੋਂ ਅੱਗੇ ਭਾਈ ਗੁਰਦਾਸ ਜੀ ਦੇ ਬਚਨ ਆਪ ਜੀ ਨੇ ਹੁਣੇ ਸੁਣੇ ਹਨ। ਭਾਈ ਸਾਹਿਬ ਕਹਿੰਦੇ ਬਾਬਾ ਉੱਠਿਆ ਮੇਲਿਓਂ, ਸ਼ਿਵਰਾਤ ਦੇ ਉੱਥੋਂ ਮੇਲੇ ਤੋਂ ਫਿਰ ਗੁਰੂ ਨਾਨਕ ਜੀ ਤੁਰ ਪਏ। ਜਦੋਂ ਮੇਲਾ ਖਤਮ ਹੋ ਗਿਆ, ਚਲਦਿਆਂ ਚਲਦਿਆਂ ਕਿੱਥੇ ਪਹੁੰਚੇ ਹਨ? ਮੁਲਤਾਨ ਵਿਖੇ। ਇਹ ਉਹ ਸਮਾਂ ਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ ਕਰੀਬਨ 60 ਸਾਲਾਂ ਤੱਕ ਪਹੁੰਚ ਚੁੱਕੀ ਸੀ, 50 ਸਾਲ ਤੋਂ ਉੱਪਰ ਹੋ ਚੁੱਕੀ ਸੀ, ਬਜ਼ੁਰਗੀ ਦੀ ਐਨ ਬਜ਼ੁਰਗੀ ਵਾਲੀ ਉਮਰ। ਤੇ ਭਾਈ ਸਾਹਿਬ ਕਹਿੰਦੇ ਬਾਬਾ ਉੱਠਿਆ ਮੇਲਿਓਂ, ਮੁਲਤਾਨੈ ਦੀ ਜਾਰਤ ਜਾਈ। ਮੁਲਤਾਨ ਪਹੁੰਚ ਗਏ ਗੁਰੂ ਬਾਬਾ ਜੀ। ਤੇ ਮੁਲਤਾਨ ਵੈਸੇ ਤੇ ਪਹਿਲਾਂ ਵੀ ਇਸ ਇਲਾਕੇ 'ਚ ਗੁਰੂ ਸਾਹਿਬ ਗਏ ਸਨ, ਬਗਦਾਦ ਗਏ, ਮੱਕੇ ਗਏ, ਮਦੀਨੇ ਗਏ, ਪਾਕ ਪੱਟਣ ਗਏ, ਪਰ ਮੁਲਤਾਨ ਸ਼ਹਿਰ ਗੁਰੂ ਸਾਹਿਬ ਨਹੀਂ ਗਏ ਸੀ। ਮੁਲਤਾਨ ਬੜੇ ਪੀਰ ਫਕੀਰ ਮੁਸਲਮਾਨ ਰਹਿੰਦੇ ਸਨ, ਜਿਨ੍ਹਾਂ ਦੇ ਪੱਕੇ ਟਿਕਾਣੇ ਸਨ। ਤੇ ਲੋਕਾਂ ਦਾ ਮੰਨਣਾ ਸੀ ਕਿ ਮੁਲਤਾਨ ਰਹਿਣ ਦੇ ਲਈ ਬੜੀ ਬਿਹਤਰ ਜਗ੍ਹਾ ਹੈ। ਹੁਣ ਭਾਈ ਸਾਹਿਬ ਕਹਿੰਦੇ ਗੁਰੂ ਬਾਬਾ ਜੀ ਜਦੋਂ ਉੱਥੇ ਪਹੁੰਚ ਗਏ ਨਾ ਮੁਲਤਾਨ ਵਿਖੇ, ਤੇ ਕਿਉਂਕਿ ਸਾਰੇ ਪਾਸੇ ਤੇ ਬਾਬਾ ਜੀ ਦੀ ਵਡਿਆਈ ਫੈਲ ਚੁੱਕੀ ਸੀ, ਮੁਲਤਾਨ ਦੇ ਲੋਕ ਵੀ ਗੁਰੂ ਨਾਨਕ ਮਹਾਰਾਜ ਜੀ ਦੇ ਉਸੇ ਵਕਤ ਦਰਸ਼ਨਾਂ ਦੇ ਲਈ ਪਹੁੰਚ ਗਏ, ਸਾਰੇ ਹੀ ਸ਼ਹਿਰ ਦੇ ਲੋਕ। ਤੇ ਜਿਹੜੇ ਉੱਥੋਂ ਦੇ ਪੀਰ ਫਕੀਰ ਸਨ ਉਹਨਾਂ ਨੂੰ ਫਿਕਰ ਪੈ ਗਿਆ
ਕਿ ਜੇ ਗੁਰੂ ਨਾਨਕ ਜੀ ਨੇ ਪੱਕਾ ਹੀ ਮੁਲਤਾਨ ਆਪਣਾ ਟਿਕਾਣਾ ਲਗਾ ਲਿਆ, ਫਿਰ ਤੇ ਸਾਰੇ ਲੋਕਾਂ ਗੁਰੂ ਨਾਨਕ ਨੂੰ ਪੂਜਣਾ, ਸਾਨੂੰ ਤਾਂ ਪੁੱਛਣਾ ਕਿਸੇ ਨੇ ਨਹੀਂ ਹੈ, ਸਾਡਾ ਕੀ ਬਣੂਗਾ। ਤੇ ਭਾਈ ਸਾਹਿਬ ਕਹਿੰਦੇ ਉਹਨਾਂ ਨੇ ਕੀ ਕੀਤਾ, ਬਾਬਾ ਉੱਠਿਆ ਮੇਲਿਓਂ ਮੁਲਤਾਨੇ ਦੀ ਜਾਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਉਹਨਾਂ ਨੇ ਇੱਕ ਭਾਂਡਾ, ਇੱਕ ਛੰਨਾ ਦੁੱਧ ਦਾ ਭਰਿਆ, ਐਨ ਉੱਪਰ ਤੱਕ ਉਸ ਭਾਂਡੇ ਨੂੰ ਭਰ ਕੇ, ਥੋੜੀ ਵੀ ਜਗ੍ਹਾ ਸਪੇਸ ਉਹਦੇ 'ਚ ਹੋਰ ਨਹੀਂ ਸੀ, ਹੋਰ ਦੁੱਧ ਪਾਇਆ ਜਾ ਸਕੇ, ਐਨ ਪੂਰਾ ਭਰ ਕੇ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ। ਇਹ ਇੱਕ ਸੰਕੇਤ ਸੀ, ਉਹਨਾਂ ਨੇ ਇੱਕ ਸੰਕੇਤਕ ਭਾਸ਼ਾ ਦੇ ਨਾਲ ਗੱਲ ਕੀਤੀ, ਸੰਕੇਤਕ ਭਾਸ਼ਾ ਦੇ ਨਾਲ, ਕਿ ਵੇਖੋ ਜਿਵੇਂ ਆ ਦੁੱਧ ਦਾ ਕਟੋਰਾ ਪੂਰੀ ਤਰ੍ਹਾਂ ਭਰਿਆ ਪਿਆ ਹੈ ਨਾ, ਇਹਦੇ 'ਚ ਹੋਰ ਦੁੱਧ ਪਾਣ ਦੀ ਕੋਈ ਥਾਂ ਨਹੀਂ ਹੈ। ਇਸੇ ਤਰ੍ਹਾਂ ਮੁਲਤਾਨ ਸ਼ਹਿਰ ਵੀ ਪੀਰਾਂ ਫਕੀਰਾਂ ਦੇ ਨਾਲ ਭਰਿਆ ਪਿਆ ਹੈ, ਇੱਥੇ ਕਿਸੇ ਹੋਰ ਪੀਰ ਫਕੀਰ ਦੀ ਕੋਈ ਲੋੜ ਨਹੀਂ ਹੈ, ਭਾਵ ਗੁਰੂ ਨਾਨਕ ਜੀ ਤੁਹਾਡੀ ਇੱਥੇ ਕੋਈ ਲੋੜ ਨਹੀਂ ਹੈ। ਉਹਨਾਂ ਨੇ ਇਹ ਮਹਾਰਾਜ ਨੂੰ ਕਿਹਾ। ਭਾਈ ਗੁਰਦਾਸ ਸਾਹਿਬ ਕਹਿੰਦੇ ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਮਹਾਰਾਜ ਵੀ ਸਮਝ ਗਏ, ਗੁਰੂ ਨਾਨਕ ਮਹਾਰਾਜ, ਕਿ ਲੋਕ ਕਹਿਣਾ ਕੀ ਚਾਹੁੰਦੇ ਹਨ। ਤੇ ਭਾਈ ਸਾਹਿਬ ਕਹਿੰਦੇ ਬਾਬਾ ਜੀ ਨੇ ਕੀ ਕੀਤਾ, ਬਾਬੇ ਕੱਢ ਕਰ ਬਗਲ ਤੇ ਚਾਮੇਲੀ ਦੁੱਧ ਵਿੱਚ ਮਿਲਾਈ। ਇੱਕ ਚਮੇਲੀ ਦਾ ਛੋਟਾ ਜਿਹਾ ਫੁੱਲ, ਐਨ ਖੁਸ਼ਬੂ ਵਾਲਾ ਫੁੱਲ, ਬੜੀ ਸਮੈਲ, ਮਹਾਰਾਜ ਨੇ ਉਹ ਭਾਂਡੇ ਦੇ ਦੁੱਧ ਦੇ ਛੰਨੇ ਦੇ ਉੱਪਰ ਟਿਕਾ ਦਿੱਤਾ। ਤੇ ਜਦੋਂ ਉਹ ਛੰਨੇ ਤੇ ਭਰੇ ਹੋਏ ਦੁੱਧ ਦੇ ਵਿੱਚ ਮਹਾਰਾਜ ਨੇ ਫੁੱਲ ਰੱਖਿਆ ਨਾ, ਉਹ ਫੁੱਲ ਵੀ ਵਿੱਚ ਐਨ ਉੱਪਰ ਟਿਕ ਗਿਆ। ਉਹਦੀ ਖੁਸ਼ਬੂ ਦੁੱਧ ਦੇ ਵਿੱਚ ਵੀ ਚਲੀ ਗਈ, ਦੁੱਧ ਵੀ ਖੁਸ਼ਬੂ ਵਾਲਾ ਬਣ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਲ ਦੀ ਨਾਲ ਉਹਨਾਂ ਨੂੰ ਉੱਤਰ ਵੀ ਦਿੱਤਾ ਕਿ ਵੇਖੋ ਭਾਈ, ਅਸੀਂ ਕੋਈ ਇੱਥੇ ਤੁਹਾਡੀ ਜਗ੍ਹਾ ਮੱਲਣ ਦੇ ਲਈ ਨਹੀਂ ਆਏ ਹਾਂ। ਜਿਵੇਂ ਚਮੇਲੀ ਦਾ ਆ ਫੁੱਲ ਦੁੱਧ ਦੇ ਵਿੱਚ ਸਮਾਇਆ, ਇਹਨੇ ਦੁੱਧ ਨੂੰ ਸੁਗੰਧੀ ਦੇ ਨਾਲ ਭਰ ਦਿੱਤਾ ਹੈ, ਅਸੀਂ ਵੀ ਇਸੇ ਤਰ੍ਹਾਂ ਤੁਹਾਡੇ ਜੀਵਨ ਨੂੰ ਚੰਗੇ ਗੁਣਾਂ ਦੀ ਸੁਗੰਧੀ ਦੇ ਨਾਲ ਭਰਨ ਦੇ ਲਈ ਆਏ ਹਾਂ, ਅਸੀਂ ਕੋਈ ਇੱਥੇ ਪੱਕੇ ਥੋੜਾ ਰਹਿਣਾ। ਭਾਈ ਸਾਹਿਬ ਕਹਿੰਦੇ ਬਾਬੇ ਕੱਢ ਕਰ ਬਗਲ ਤੇ ਚਾਮੇਲੀ ਦੁੱਧ ਵਿੱਚ ਮਿਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਭਾਈ ਸਾਹਿਬ ਕਹਿੰਦੇ ਹੁਣ ਗੰਗਾ ਦਾ ਪਾਣੀ ਚੱਲਦਾ ਜਾਂਦਾ, ਸਮੁੰਦਰ 'ਚ ਜਾ ਕੇ ਪਹੁੰਚਦਾ, ਇਹ ਥੋੜਾ ਕਿ ਸਮੁੰਦਰ 'ਚ ਗੰਗਾ ਦਾ ਪਾਣੀ ਪਹੁੰਚਿਆ ਤੇ ਹੁਣ ਸਮੁੰਦਰ ਇੰਨਾ ਭਰ ਗਿਆ ਕਿ ਪਾਣੀ ਉੱਪਰੋਂ ਹੀ ਉੱਛਣ ਲੱਗ ਜਾਏ, ਉਹ ਸਮੁੰਦਰ ਦੇ ਵਿੱਚ ਹੀ ਸਮਾ ਜਾਂਦੀ ਹੈ। ਇਸੇ ਤਰ੍ਹਾਂ ਬਾਬਾ ਜੀ ਕਹਿਣ ਲੱਗੇ ਭਾਈ, ਅਸੀਂ ਤੇ ਚੰਗੇ ਗੁਣਾਂ ਦੀ ਸੁਗੰਧੀ ਤੁਹਾਨੂੰ ਦੇਣ ਦੇ ਲਈ ਆਏ ਹਾਂ। ਤੇ ਸੱਚ ਇਹ ਹੈ ਕਿ ਗੁਰੂ ਨਾਨਕ ਬਾਬਾ ਜੀ ਚੰਗੇ ਗੁਣਾਂ ਦੀ ਸੁਗੰਧੀ ਹੀ ਬਖਸ਼ਣ ਦੇ ਲਈ ਸੰਸਾਰ ਅੰਦਰ ਆਏ, ਔਰ ਇਹ ਸੁਗੰਧੀ ਉਹਨਾਂ ਨੇ ਸਾਰੀ ਜ਼ਿੰਦਗੀ ਮਨੁੱਖਤਾ ਦੇ ਵਿੱਚ ਵੰਡੀ ਹੈ। ਇਹਦਾ ਪ੍ਰਭਾਵ ਵੀ ਬੜਾ ਪਿਆ। ਹਾਂ, ਇਹ ਵੀ ਕਈ ਸਮਝੇ, ਕਈ ਨਹੀਂ ਸਮਝੇ। ਕਈਆਂ ਨੇ ਤੇ ਧੰਨ ਨਾਨਕ ਤੇਰੀ ਵੱਡੀ ਕਮਾਈ ਕਿਹਾ, ਨਾਨਕ ਨਿਰੰਕਾਰੀ ਕਿਹਾ। ਤੇ ਕਿੰਨੇ ਐਸੇ ਵੀ ਸਨ ਜਿਨ੍ਹਾਂ ਨੇ ਕਿਹਾ, ਕੋਈ ਆਖੈ ਭੂਤ ਨਾ ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਤਰ੍ਹਾਂ ਤਰ੍ਹਾਂ ਦੇ ਬੋਲ ਕਹੇ, ਪਰ ਗੁਰੂ ਬਾਬਾ ਜੀ ਨੇ ਉਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਇਹ ਕਿਹਾ ਭਾਈ ਸੱਚੇ ਰਾਹ ਤੇ ਚੱਲੋ, ਧਰਮ ਦੇ ਗੁਣਾਂ ਦੇ ਧਾਰਨੀ ਬਣੋ, ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ। ਸਤਿਗੁਰੂ ਨੇ ਪਾਵਨ ਬਾਣੀ ਦਾ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ, ਚੰਗੇ ਰਾਹ ਤੇ ਚੱਲਣ ਦੀ ਸਿੱਖਿਆ ਦਿੱਤੀ। ਤੇ ਉਹਨਾਂ ਦੇ ਮੁੱਖ ਉਪਦੇਸ਼, ਕਿਰਤ ਕਰੋ ਗੁਰੂ ਦਾ ਸਿੱਖ ਕੀਰਤੀ ਹੋਏ, ਇਮਾਨਦਾਰੀ ਵਾਲੀ ਕਿਰਤ ਕਰੇ, ਵੰਡ ਕੇ ਛਕੋ, ਆਪ ਸਿੰਘ ਜੇ ਰਾਜਾ ਹੋਈ, ਨਿਰਦਨ ਸਿੰਘ ਵੀ ਪਾਲੇ ਸੋਈ। ਸਿੱਖ ਨੂੰ ਵੇਖ ਕੇ ਖੁਸ਼ ਹੋਣਾ ਚਾਹੀਦਾ ਹੈ, ਸੜਨਾ ਨਹੀਂ ਚਾਹੀਦਾ ਹੈ। ਸਿੱਖ ਦੀ ਤਰੱਕੀ ਨੂੰ ਵੇਖ ਕੇ ਖੁਸ਼ ਹੋਵੇ, ਕਿਉਂਕਿ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਇਹ ਸਾਡਾ ਪਰਿਵਾਰ ਹੀ ਹੈ ਸਾਰਾ। ਸਿੱਖ ਦਾ ਭਾਈ। ਔਰ ਦੂਜੇ ਨੰਬਰ ਤੇ ਨਾਮ ਜਪਣ ਦਾ, ਤੀਜੇ ਨੰਬਰ ਤੇ ਵੰਡ ਕੇ ਛਕਣ ਦਾ ਉਪਦੇਸ਼ ਸਤਿਗੁਰੂ ਨੇ ਬਖਸ਼ਿਆ। ਸੋ ਗੁਰੂ ਮਹਾਰਾਜ ਮਿਹਰ ਕਰਨ। ਵੇਖੋ ਗੁਰੂ ਮਹਾਰਾਜ ਜੀ ਦਾ ਇਤਿਹਾਸ ਤੇ ਬੜਾ ਲੰਬੇਰਾ ਹੈ। ਆਪਾਂ ਜਿੰਨਾ ਮਰਜ਼ੀ ਸਮਾਂ ਵਿਚਾਰਾਂ ਕਰਦੇ ਰਹੀਏ, ਇਹ ਕੋਈ ਅੰਤ ਨਹੀਂ ਹੈ। ਪਰ ਫਿਰ ਵੀ ਕੁਝ ਉਹਨਾਂ ਦੇ ਜੀਵਨ ਦੇ ਪੱਖ ਆਪ ਜੀ ਦੇ ਸਾਹਮਣੇ ਰੱਖੇ ਹਨ। ਭਾਈ ਗੁਰਦਾਸ ਸਾਹਿਬ ਕਹਿੰਦੇ ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ
ਨੌ ਖੰਡ ਪ੍ਰਿਥਵੀ ਗੁਰੂ ਨਾਨਕ ਭਾਵ ਸਾਰੇ ਪਾਸੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਗਿਆਨ ਦਾ ਚਾਨਣ ਵੰਡਦੇ ਨੇ। ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਸੂਵਾ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਵਾ, ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਕਲ ਯੁਗ ਦੇ ਘੋਰ ਅੰਧਾਰ ਪਰੇ ਸਮੇਂ ਅੰਦਰ ਧੰਨ ਗੁਰੂ ਨਾਨਕ ਮਹਾਰਾਜ ਮਨੁੱਖਤਾ ਦੇ ਉਧਾਰ ਦੇ ਲਈ ਪ੍ਰਗਟ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਬਾਬਾ ਜੀ ਦਾ ਗੁਰੂ ਸਾਹਿਬ ਜੀ ਦਾ ਪਾਵਨ ਦਿਹਾੜਾ ਮਨਾਉਂਦਿਆਂ ਹੋਇਆਂ ਗੁਰੂ ਕੇ ਉਪਦੇਸ਼, ਗੁਰੂ ਕੀਆਂ ਸਿੱਖਿਆਵਾਂ ਨੂੰ ਪੱਲੇ ਬੰਨੀਏ। ਬਹੁਤਾ ਨਹੀਂ ਤੇ ਇੱਕ ਵੀ ਗੁਰੂ ਦਾ ਉਪਦੇਸ਼ ਜੇ ਧਾਰਨ ਕਰ ਲਿਆ ਨਾ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ ਜੀਵਨ ਸਫਲ ਹੋ ਸਕਦਾ ਹੈ। ਸਤਿਗੁਰੂ ਸਭ ਨੂੰ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਐਤਵਾਰ ਦੇ ਦੀਵਾਨਾਂ 'ਚ ਵੀ ਆਪਾਂ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਦੀਆਂ ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਇੱਥੇ ਹੀ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਪਾਤਸ਼ਾਹ ਜੀ ਦੇ ਪਾਵਨ ਦਿਹਾੜੇ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ